ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਗੁਰੂ ਵਾਚ ਦੋਹਰਾ। ਧੰਨ ਧੰਨ ਸਿੱਖ ਉਦਾਰ ਮਤ, ਪਾਇਓ ਮਤੁ ਅਨੂਪ। ਸੋ ਗੁਰ ਖੋਜ ਲੀਨੋ ਭਲੇ, ਭਾਇਓ ਸੋ ਸੁਧ ਸਰੂਪ। ਧੰਨ ਧੰਨ ਸਿੱਖ ਉਦਾਰ ਮਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਚਾਰਮਾਲਾ ਦਾ ਅਖੀਰਲਾ ਅਧਿਆਇ ਆਪਾਂ ਪੜ੍ਹ ਸੁਣ ਵਿਚਾਰ ਰਹੇ ਹਾਂ, ਜਿਸ ਕਰਕੇ 29 ਜਿਹੜੇ ਦੋਹਰੇ ਆ ਸੋਰਠੇ ਸਮੇਤ ਹੋ ਚੁੱਕੇ ਆ। ਕੱਲ ਸਿੱਖ ਨੇ ਆਪਣਾ ਅਵਸਥਾ ਗਿਆਨ ਬਿਆਨ ਕਰਦੇ ਹੋਏ ਇਹ ਗੱਲ ਕਹੀ ਹੈ ਵੀ ਗੁਰੂ ਜੀ ਜਿਹੜਾ ਚੇਤਨ ਬ੍ਰਹਮ ਮੇਰਾ ਸਰੂਪ ਆ, ਉਹ ਪਕੜ ਤੋਂ ਰਹਿਤ ਆ, ਇੰਦਰੀਆਂ ਦੇ ਵਿਸ਼ੇ 'ਚ ਨਹੀਂ ਆਉਂਦਾ, ਇੰਦਰੀਆਂ ਤੋਂ ਅਵਿਸ਼ੇ ਆ, ਇੱਕ ਰਸ ਆ, ਨਿਰਬਚਨੀ ਆ, ਨਿਰਵਾਣ ਆ, 15 ਤੋਂ ਰਹਿਤ ਆ। ਇਸ ਕਰਕੇ ਕੋਈ ਇਹੋ ਜਿਹੀ ਭੂਮਿਕਾ ਅਵਸਥਾ ਗਿਆਨ ਨਹੀਂ ਆ ਜਾਂ ਪਰ ਜਿਸ ਮੇਰੇ ਗਿਆਨ ਸਰੂਪ ਉੱਪਰ ਗਿਆਨ ਦਾ ਕਥਨ ਕਰ ਸਕੀਏ। ਭਾਵ ਕੋਈ ਗਿਆਨ ਉੱਤੇ ਲਾਗੂ ਨਹੀਂ ਹੁੰਦਾ। ਗਿਆਨਾਂ ਵਿੱਚੋਂ ਵੱਡਾ ਗਿਆਨ ਆਤਮ ਸਰੂਪ ਬ੍ਰਹਮ ਚੇਤਨੀ ਆ। ਇਸ ਕਰਕੇ ਉਸ ਉੱਪਰ ਕੋਈ ਗਿਆਨ ਲਾਗੂ ਨਹੀਂ। ਜਦੋਂ ਇਹੋ ਜਿਹੇ ਬੜੇ ਡੂੰਘਾਈ ਦੇ ਤੇ ਸਿੱਖਿਆ ਦੇ ਬਚਨ ਗੁਰੂ ਨੂੰ ਸਿੱਖ ਨੇ ਕਹੇ, ਫਿਰ ਗੁਰੂ ਬੜੇ ਪ੍ਰਸੰਨ ਹੋਏ ਆ ਤੇ ਗੁਰੂ ਜੀ ਨੇ ਫਿਰ ਆਪਣੇ ਵੱਲੋਂ ਉਚਾਰਿਆ ਜੋ ਉਹਦੀ ਅੱਜ ਵਿਚਾਰ ਆ ਰਹੀ ਆ। ਗੁਰੂ ਕਹਿ ਰਹੇ ਆ, ਸ੍ਰੀ ਗੁਰੂ ਵਾਚ ਸ਼੍ਰੋਮਣੀ ਸੁਭਾਏ ਮਾਨ ਗੁਰੂ ਜੀ ਆਪਣੇ ਸੇਵਕ ਨੂੰ ਐਸੇ ਬ੍ਰਹਮ ਸਰੂਪ ਵਿੱਚ ਪਰਪੱਕ ਦੇਖ ਕੇ, ਐਸਾ ਨਿਸ਼ਚਾ ਦੇ ਕੇ ਉਹਦੇ ਯਕੀਨ ਦੀ, ਉਹਦੇ ਸਰੂਪ ਦੇ ਗਿਆਨ ਦੀ ਜਿਹੜੀ ਸ਼ਲਾਘਾ ਉਹ ਆਵਾਜ਼ ਕਈ ਆਪਣੇ ਬਚਨਾਂ ਰਾਹੀਂ ਕਥਨ ਕਰ ਰਹੇ ਆ। ਕਹਿੰਦੇ ਆ ਵੀ ਹੇ ਸਿੱਖ, ਧੰਨ ਧੰਨ ਸਿੱਖ ਉਦਾਰ ਮਤ। ਸਿੱਖ ਦਾ ਏਡਾ ਅਨੁਭਵ ਸੁਣ ਕੇ ਨਾ ਵੀ ਏਡਾ ਗਿਆਨੀ ਹੋ ਗਿਆ, ਮੇਰਾ ਸਿੱਖ ਪੜ੍ਹਾਇਆ ਦੱਸਿਆ ਸਫਲ ਹੋਇਆ। ਗੁਰੂ ਜੀ ਕਹਿਣ ਲੱਗੇ, ਹੇ ਸਿੱਖ, ਵੀ ਤੂੰ ਤੇ ਵੀ ਮਨ ਕਰਕੇ ਵੀ ਧੰਨ ਧੰਤਾ ਜੋਗ ਹੈ, ਤੂੰ ਬਾਣੀ ਕਰਕੇ ਵੀ ਧੰਤਾ ਜੋਗ ਆ। 2 ਵਾਰੀ ਆ ਤੇ 1 ਵਾਰੀ ਕੋਲੋਂ ਲਾਲਣਾ। ਸਰੀਰ ਕਰਕੇ ਵੀ ਧੰਤਾ ਜੋਗ ਆ, ਪਾਮਾਨ ਬਾਣੀ ਕਰਕੇ ਤੂੰ ਪੂਜਣ ਜੋਗ ਆ, ਧੰਤਾ ਜੋਗ ਆ, ਧੰਨਿਆ ਤੂੰ। ਅਤੇ ਸਿੱਖ ਉਦਾਰ ਮਤ, ਉਦਾਰ ਕਹੀਏ ਸ੍ਰੇਸ਼ਟ ਮਤ ਅਕਲ ਬੁੱਧੀ। ਮਤ ਦਾ ਅਰਥ ਬੁੱਧੀ ਜਾਂ ਅਕਲ। ਸ੍ਰੇਸ਼ਟ ਬੁੱਧੀ ਵਾਲਾ ਹੈ ਸਿੱਖ ਤੂੰ। ਕਿਉਂ? ਕਿਉਂਕਿ ਪਾਇਓ ਮਤੁ ਅਨੂਪ। ਜੋ ਤੂੰ ਮਤੋਂ ਕਈ ਸਿਧਾਂਤ ਬਹੁਤ ਅਨੂਪ ਸੁੰਦਰ ਪਾਇਆ ਹੈ ਆਪਣੇ ਹਿਰਦੇ ਵਿੱਚ। ਅਨੂਪ ਦਾ ਅਰਥ ਅਦਭੁਤ। ਪਿੱਛੇ ਵੀ ਦੱਸਿਆ, ਅਦਭੁਤ, ਸੁੰਦਰ, ਆਸ਼ਚਰਜ, ਉਪਮਾ ਤੋਂ ਰਹਿਤ। ਇਹ ਸਾਰੇ ਅਰਥ ਲੱਗ ਜਾਣੇ ਵੀ ਐਸਾ ਜਿਹੜਾ ਤੂੰ ਮਤੋਂ ਕਹੀਏ ਸਿਧਾਂਤ ਪਾਇਆ, ਜਿਹੜਾ ਤੂੰ ਧਾਰਨ ਕੀਤਾ ਨਾ ਸਿਧਾਂਤ, ਤੂੰ ਵੀ ਧੰਦਾ ਜੋਗ ਹੈ ਮਨ ਬਾਣੀ ਕਰਕੇ ਵੀ। ਇਹ ਤੇਰੀ ਸ੍ਰੇਸ਼ਟ ਮਤ ਹੈ, ਸ੍ਰੇਸ਼ਟ ਮਤ ਵਾਲਾ ਹੈ ਤੂੰ। ਸੋ ਗੁਰ ਖੋਜ ਲੀਨੋ ਭਲੇ। ਤੂੰ ਸੋ ਕਹੀਏ ਸ੍ਰੇਸ਼ਟ ਤੇ ਭਲੇ ਕਹੀਏ ਚੰਗੇ ਗੁਣਾਂ ਵਾਲੇ ਬ੍ਰਹਮ ਸਰੋਤਰੀ
ਬ੍ਰਹਮ ਨੇਟੀ ਗੁਰ ਗੁਰਦੇਵ ਨੂੰ ਖੋਜ ਕਹੀਏ, ਲੱਭ ਕੇ ਉਸ ਪਾਸੋਂ ਉਪਦੇਸ਼ ਲੀਨੋਂ ਕਹੀਏ ਲੈਣਾ ਕੀਤਾ ਹੈ। ਤੇ ਗੁਰੂ ਕੋਈ ਲਿਆ ਉਪਦੇਸ਼, ਕਿੱਥੋਂ ਲਿਆ? ਮਤਲਬ ਛਲਾਂਗਾ ਕਰਦੇ ਆ ਵੀ ਉਹ ਬ੍ਰਹਮ ਨੇਟੀ ਬ੍ਰਹਮ ਸਰੋਤ ਦੀ ਗੁਰੂ ਭਲੀ ਪ੍ਰਕਾਰ ਤੋਂ ਲੱਭ ਲਿਆ ਹੈ। ਖੋਜ ਲੈਣਾ ਕੀਤਾ ਹੈ, ਲੱਭ ਲੈਣਾ ਕੀਤਾ। ਭਾਇਓ ਸੋ ਸੁਧ ਸਰੂਪ ਅਤੇ ਭਲੀ ਪ੍ਰਕਾਰ ਤੋਂ ਉਸ ਗੁਰਦੇਵ ਦੇ ਉਪਦੇਸ਼ ਨੂੰ ਕਮਾਉਣ ਕਰਕੇ ਜਿਹੜਾ ਸ਼ੁੱਧ ਉਜਲ ਸਰੂਪ ਪ੍ਰਭੂ ਆ ਉਹਦਾ ਹੀ ਤੂੰ ਰੂਪ ਹੋ ਗਿਆ। ਠੀਕ ਆ। ਜਿਹੜਾ ਬ੍ਰਹਮ ਨੇਸ਼ਟੀ ਗੁਰੂ ਜੀ ਦਾ ਬ੍ਰਹਮ ਤੇ ਨਿਸ਼ਚਾ ਵੀ ਆ, ਬ੍ਰਹਮ ਤੇ ਬ੍ਰਹਮ ਦੇ ਵਚਨਾਂ ਤੇ ਸਰੋਤਰੀ ਸੁਣਨ ਵਾਲਾ ਵੀ ਆ, ਪ੍ਰਤੱਖ ਦਰਸ਼ਨ ਆਪਣੇ ਸ਼ੁੱਧ ਸਰੂਪ ਪ੍ਰਗਟ ਕਰਨ ਵਾਲਾ ਗੁਰੂ ਹੈ ਨਾ, ਉਹ ਤੂੰ ਲੱਭ ਲਿਆ ਕਿ ਤੇਰਾ ਵੀ ਤੂੰ ਸ਼ੁੱਧ ਸਰੂਪ ਗੁਰੂ ਦਾ ਹੀ ਰੂਪ ਹੋ ਗਿਆ। ਅਥਵਾ ਜੋ ਸ਼ੁੱਧ ਸਰੂਪ ਬ੍ਰਹਮ ਪ੍ਰਭੂ ਹੈ, ਚੇਤਨ ਹੈ, ਤੂੰ ਹੁਣ ਤੂੰ ਚੇਤਨ ਦਾ ਹੀ ਸ਼ੁੱਧ ਸਰੂਪ ਬ੍ਰਹਮ ਦਾ ਹੀ ਰੂਪ ਭਇਓ ਹੋ ਗਿਆ। ਇਹ ਗਿਆਨ ਕਰਕੇ, ਗਿਆਨ ਜਿਹੜੇ ਉਹਦੇ ਰੂਪ ਹੋ ਜਾਂਦੇ ਉਹਨਾਂ ਨੂੰ ਹੀ ਆ, ਹੋਰ ਨਹੀਂ ਕਿਸੇ ਨੂੰ। ਤੂੰ ਤੇਰਾ ਗਿਆਨ ਅਨੁਭਵ ਸੁਣ ਕੇ ਮੈਨੂੰ ਇਹ ਪੂਰਾ ਭਰੋਸਾ ਹੋ ਗਿਆ ਸਿੱਖ ਕਿ ਤੂੰ ਸ਼ੁੱਧ ਸਰੂਪ ਭਇਓ ਹੋ ਗਿਆ। ਇਹ ਤੇਰੇ ਗਿਆਨ ਤੇਰਾ ਦੱਸਦਾ ਹੈ। ਦੋਹਰਾ ਸੁਨ ਵਿਚਾਰ ਠਹਿਰਾਏ ਹੈ। ਇਹ ਸੇਵਕ ਜੋ ਐਸੇ ਗੁਰਾਂ ਦੀ ਵਿਚਾਰ ਸੁਣ ਕੇ ਮਨ ਵਿੱਚ ਠਹਿਰਾਉਂਦੇ ਆ। ਸੁਣ ਵਿਚਾਰ ਜਿਹੜੇ ਐਸੇ ਗੁਰਾਂ ਦੀ, ਜਿਹੜੇ ਬ੍ਰਹਮ ਸਰੋਤਰੀ ਬ੍ਰਹਮ ਨੇਸ਼ਟੀ ਗੁਰੂ ਹੁੰਦੇ ਆ, ਉਹਨਾਂ ਦੀ ਜਿਹੜੀ ਸੱਚੀ ਸੁੱਚੀ ਵਿਚਾਰ ਨੂੰ ਸੁਣ ਕੇ ਮਨ ਵਿੱਚ ਠਹਿਰਾਏ ਕਹੀਏ ਠਹਿਰਾਉਂਦੇ ਹਨ। ਬਿਸਰਤ ਵਾਕ ਥੱਕ ਜਾਏ, ਉਹਨਾਂ ਦੇ ਜਿਹੜੇ ਸੰਸਕਾਰਾਂ ਰੂਪੀ ਵਾਕ ਆ ਉਹ ਵਿਸਰ ਜਾਂਦੇ ਆ, ਜਾਂ ਉਹਨਾਂ ਨੂੰ ਮੰਦ ਵਾਕ ਬਚਨ ਵਿਸਰ ਜਾਂਦੇ ਆ ਤੇ ਥੱਕ ਜਾਏ। ਮਨ ਦੀਆਂ ਵਾਸ਼ਨਾਵਾਂ ਉਹਨਾਂ ਦੀਆਂ ਥੱਕ ਜਾਂਦੀਆਂ, ਭਾਵ ਮੁੱਕ ਜਾਂਦੀਆਂ, ਰੁਕ ਜਾਂਦੀਆਂ। ਜਾਂ ਸੁਣ ਦਾ ਅਰਥ ਵੀ ਹੋ ਜਾਂਦਾ ਸਰਵਣ, ਵਿਚਾਰ ਦਾ ਅਰਥ ਮੰਨਣ, ਠਹਿਰਾਏ ਦਾ ਅਰਥ ਨਿਧਿਆਸਣ। ਕਿਉਂਕਿ ਮਨ ਵਿਚਾਰਨ ਜਿਹੜੀ ਹੁੰਦੀ ਆ, ਮੰਨਣ ਨੂੰ ਕਹਿੰਦੇ ਵਿਚਾਰ ਕਰਨਾ, ਤੇ ਨਿਧਿਆਸਨ ਹੁੰਦਾ ਕਮਾਈ ਕਰਕੇ ਤੇ ਪੁਨਾ ਅਭਿਆਸ ਕਰਕੇ ਟਿਕਾ ਕਰਨਾ, ਮਨ ਦਾ ਸਮਾਧੀ ਵਿਅਸਤ ਹੋਣਾ, ਵਿਅਸਤ ਹੋਣਾ। ਇਸ ਪ੍ਰਕਾਰ ਅਰਥ ਇਹ ਵੀ ਲੱਗਦਾ ਵੀ ਸੁਣ ਕਹੀਏ ਸਰਵਣ, ਮਨ ਵਿਚਾਰ ਕਹੀਏ ਮੰਨਣ, ਠਹਿਰਾਏ ਕਹੀਏ ਨਿਧਿਆਸਨ ਵਿੱਚ ਜੋ ਐਸੇ ਗੁਰਾਂ ਵਿਚਾਰ ਸੁਣ ਕੇ ਸਰਵਣ ਮੰਨਣ ਨਿਧਿਆਸਨ ਚ ਪ੍ਰਵਾਕ ਹੁੰਦੇ ਹਨ, ਤਦ ਉਹਨਾਂ ਨੂੰ ਜਿਹੜੇ ਸੰਸਕਾਰਾਂ ਰੂਪੀ ਬਾਗ ਆ ਉਹ ਵਿਸਰ ਜਾਂਦੇ ਆ, ਜਾਂ ਉਹ ਮੰਤਨ ਵਾਸ਼ਨਾ ਵੱਲੋਂ ਵਿਸਰ ਜਾਂਦੇ ਆ, ਤੇ ਉਹਨਾਂ ਦੀ ਜਿਹੜੇ ਵਾਕ ਬਚਨ ਆ ਮੰਦ ਉਹ ਵੀ ਥੱਕ ਜਾਂਦੇ ਆ। ਮਨ ਦੇ ਜਿਹੜੇ ਵਾਕ ਆ ਸੰਕਲਪ ਵਿਕਲਪ ਉਹ ਵੀ ਇਹਨਾਂ ਦੇ ਥੱਕ ਜਾਂਦੀ ਆ। ਵਾਕ ਕਹੀਏ ਵਾਸ਼ਨਾ ਉਹਨਾਂ ਦੀਆਂ ਥੱਕ ਜਾਂਦੀਆਂ, ਮੁੱਕ ਜਾਂਦੀਆਂ। ਸੰਸਕਾਰੀ ਵਾਕ, ਸੰਸਕਾਰ ਜਿਹੜੇ ਸੰਸਾਰੀ ਵਾਕ ਹੈ ਨਾ, ਉਹ ਵਿਸਰਤ ਵਾਕ, ਸੰਸਾਰੀ ਵਾਕ ਵਿਸਰ ਜਾਂਦੇ ਆ ਤੇ ਮਨ ਦੀਆਂ ਵਾਸ਼ਨਾ ਦੇ ਥੱਕ ਜਾਂਦੀਆਂ। ਇਹ ਕਹਿਣ ਦਾ ਮਤਲਬ ਹੈ। ਅਨਾਥ ਵਿਵੇਕੀ ਜਾਨ ਹੈ, ਬਿਸਰਤ ਦੇ ਤੱਤੇ ਨੂੰ ਵੀ ਸਿਹਾਰੀ ਆ। ਤੇ ਬਾਕੀ ਪਾਠ ਠੀਕ ਹੀ ਆ। ਅਨਾਥ ਵਿਵੇਕੀ ਜਾਨ ਹੈ, ਅਨਾਥਪੁਰੀ ਕਵੀ ਜੀ ਕਹਿੰਦੇ ਹਨ
ਕਿ ਵਿਵੇਕੀ ਕਹੀਏ ਜਿਹੜਾ ਗਿਆਨਵਾਨ ਹੀ ਜਾਣ ਕਹੀਏ ਜਾਣਦਾ ਹੈ। ਗਾਇਬ ਬਾਜੀ ਪਾਏ ਕਿ ਪਰਮੇਸ਼ਰ ਦੀ ਜਿਹੜੀ ਸੰਸਾਰਕ ਰਚਨਾ ਇਹ ਇੱਕ ਗਾਇਬ ਕਹੀਏ ਗੁਪਤ ਬਾਜੀ ਪਾਈ ਹੋਈ। ਬਾਜੀਗਰ ਜੈਸੇ ਬਾਜੀ ਪਈ ਨਾਨਾ ਰੂਪ ਇੱਕ ਦਿਖਲਾਈ। ਸਾਂਗ ਉਤਾਰ ਥਮਿਓ ਬਸਾਰਾ ਤਬ ਏਕੋ ਏਕ ਅੰਗਾਰਾ। ਸਾਂਗ ਭਾਵ ਨਾਨਾ ਰੂਪ ਦਿਖਾਉਂਦਾ ਬਾਜੀਗਰ ਮਦਾਰੀ ਆ। ਜਦੋਂ ਹੀ ਆਪਣਾ ਉਹ ਸਵਾਂਗ ਲਾ ਕੇ ਨਾਟਕ ਤੋਂ ਬਾਅਦ ਪਸਾਰਾ ਜਿੰਨਾ ਖਿਲਾਰਾ ਥੰਮ ਲੈਂਦਾ ਤਬ ਉਹ ਇੱਕੋ ਹੀ ਹੁੰਦਾ। ਫਿਰ ਕੋਈ ਨਹੀਂ, ਜਿਹੜਾ ਕਦੀ ਰਾਜਾ ਕਦੀ ਕੰਗਾਲ ਕਦੀ ਮੰਤਰੀ ਬਣਿਆ ਹੁੰਦਾ ਨਾ, ਫਿਰ ਉਹ ਇੱਕੋ ਹੀ ਰਹਿ ਜਾਂਦਾ ਇਕੱਲਾ ਮਦਾਰੀ। ਤੇ ਇਹਨੇ ਖੇਲ ਵਿਖਾਇਆ। ਇਸੇ ਪ੍ਰਕਾਰ ਹੀ ਪਰਮੇਸ਼ਰ ਬਾਜੀਗਾ ਨੇ ਬਾਜੀ ਪਾਈ ਆ। ਜੀਵਾਂ ਰੂਪ ਨਾਨਾ ਆਕਾਰ ਦਿਖਾਣ ਡਿਆ। ਜਦੋਂ ਸਵਾਂਗ ਉਤਾਰ ਦਿੰਦਾ ਪਰਮੇਸ਼ਰ, ਇਹ ਜੀਵਾਂ ਰੂਪ ਭੇਖਦਾ ਸਾਰਾ ਆਪਣਾ ਸ੍ਰਿਸ਼ਟੀ ਦਾ ਮਾਇਆ ਨੂੰ ਲੈ ਕਰ ਲੈਂਦਾ, ਥੰਮ ਦਿੰਦਾ। ਤਬ ਏਕੋ ਏਕ ਅੰਗਾਰਾ, ਤਬ ਏਕੋ ਹੈ ਭਾਈ ਏਕੋ ਹੈ, ਇਹੀ ਰਹਿ ਜਾਂਦਾ। ਜਾਂ ਜਦੋਂ ਗਿਆਨ ਹੋ ਜਾਂਦਾ ਉਦੋਂ ਹੀ ਇੱਕੋ ਹੀ ਰਹਿ ਜਾਂਦਾ। ਗਾਇਬ ਬਾਜੀ ਪਾਏ ਬਾਜੀ ਗਈਏ ਬਾਜੀਗਰ ਦੇ ਤਮਾਸ਼ੇ ਵਾਂਗ ਸੰਸਾਰ ਦੀ ਬਾਜੀ ਪਾਉਣਾ ਕੀਤੀ ਆ। ਅਨਾਥ ਵਿਵੇਕੀ ਜਾਨ ਹੈ। ਨਾਥਪੁਰੀ ਕਵੀ ਜੀ ਕਹਿੰਦੇ ਆ ਕਿ ਉਹ ਜਿਹੜਾ ਗਿਆਨਵਾਨ ਆ ਨਾ, ਵਿਵੇਕੀ ਗਈ ਗਿਆਨਵਾਨ ਆ, ਜਿਹਨੇ ਦੋ ਤੋਂ ਇੱਕ ਰੂਪ ਕਰ ਦਿੱਤਾ, ਬੇਬਨਾਮ ਦੋ ਦਾ। ਤੇ ਇਸ ਤਰ੍ਹਾਂ ਲਾਵਾਂ ਵਿੱਚ ਈੜੀ ਨਿਕਲਾਉਣੀ, ਬੇਬ ਏਕੀ ਲਾਵਾਂ ਵਿੱਚ ਈੜੀ ਨਿਕਲਦੀ ਜਿਵੇਂ ਹੋੜੇ ਚੂੜਾ ਨਿਕਲਦਾ। ਜਿਹਨੇ ਦੋਵਾਂ ਤੋਂ ਇੱਕ ਕਰ ਲਿਆ, ਭਾਵ ਆਪਣੇ ਸਰੂਪ ਨੂੰ ਜਾਣ ਲਿਆ, ਜੀਵ ਦੀ ਭੇਦਤਾ ਕਰ ਲਈ ਆ, ਉਹ ਹੈ ਵਿਵੇਕੀ ਗਿਆਨਵਾਨ। ਉਹ ਗਿਆਨਵਾਨ ਹੋ ਕੇ ਜਾਣ ਹੈ ਕਿ ਜਾਣਦਾ ਹੈ ਕਿ ਪਰਮੇਸ਼ਰ ਨੇ ਸੰਸਾਰ ਰੂਪੀ ਜਿਹੜੀ ਨਾ ਗਾਇਬ ਬਾਜੀ ਪਾਈ, ਗੁਪਤ ਬਾਜੀ ਪਾਈ ਹੋਈ ਹੈ। ਭਾਵ ਇਹ ਜਿਹੜਾ ਸਵਾਂਗ ਹੀ ਪਰਮੇਸ਼ਰ ਨੇ ਰਚਿਆ ਹੋਇਆ ਜਗਤ ਤਮਾਸ਼ਾ। ਮਹਾਰਾਜ ਕਹਿੰਦੇ ਖੇਲ ਦੇਖਣ ਆਇਓ ਜਗਤ ਤਮਾਸ਼ਾ, ਇਹ ਤਮਾਸ਼ਾ ਹੀ ਆ। ਇੱਕ ਹੈ ਖੇਲ ਇੱਕ ਵਿਸਥਾਰ, ਇਹ ਖੇਲ ਹੀ ਹੈ ਪਰਮੇਸ਼ਰ ਦਾ। ਇਸ ਪ੍ਰਕਾਰ ਕਹਿ ਰਹੇ ਦੋਹਰਾ यह विचार माला सरस। कवि नाथपुरी ਜਾਂ ਕਵੀ ਨਾਥ ਦਾਸ ਜੀ ਕਹਿੰਦੇ ਆ ਕਿ ਇਹ ਜਿਹੜੀ ਹੈ ਕਹੀਏ ਇਹ ਜਿਹੜਾ ਵਿਚਾਰ ਮਾਲਾ ਗ੍ਰੰਥ ਆ, ਇਸ ਦੇ ਵਿੱਚ ਸਰਸ ਕਹੀਏ ਰਸ ਦੇ ਸਹਿਤ, ਭਾਵ ਬ੍ਰਹਮਾਨੰਦ ਜਿਹੜਾ ਰਸ ਆ ਉਹਦੇ ਸਹਿਤ ਸਸ ਕਹੀਏ ਬਹੁਤ ਵਿਦ ਰਚਿਓ ਵਿਚਾਰ, ਬਹੁਤ ਹੀ ਵਿਚਾਰ ਕੋਹ ਕਰਕੇ ਬਾਅਦ ਵਿੱਚ ਬਹੁਤ ਕਹੀਏ ਬਹੁਤ ਵਿਦ ਕਹੀਏ ਤਰੀਕੇ ਨਾਲ, ਬਹੁਤ ਵਿਧੀਆਂ ਤਰੀਕਿਆਂ ਨਾਲ ਰਚਿਓ ਰਚਨਾ ਬਣਾਉਣਾ ਕੀਤਾ, ਛੰਦਾਬੰਦੀ ਵਿੱਚ ਕਥਨ ਕੀਤਾ ਹੈ। ਜਿਹੜਾ ਵਿਚਾਰ ਮਾਲਾ ਗ੍ਰੰਥ ਆ ਨਾ, ਕਵੀ ਨਾਥਪੁਰੀ ਜੀ ਕਹਿੰਦੇ ਆ ਵੀ ਰਸ ਦੇ ਸਹਿਤ ਭਾਵ ਬ੍ਰਹਮਾਨੰਦ ਦੇ ਰਸ ਦੇ ਸਹਿਤ ਜੀਵ ਦੀ ਏਕਤਾ ਦਾ ਗਿਆਨ ਕਰਾਉਣ ਵਾਲਾ ਜਿਹੜਾ ਗ੍ਰੰਥ ਆ, ਇਹ ਬਹੁਤ ਤਰ੍ਹਾਂ ਨਾਲ ਵਿਚਾਰ ਪੂਰਵਕ ਰਚਿਆ। ਬੜੀ ਵਿਚਾਰ ਕਰਕੇ ਘੋਖ ਕਰਕੇ ਸਮਝ ਨਾਲ ਫਿਰ ਇਹ ਰਚਿਆ ਗ੍ਰੰਥ ਵਿਚਾਰ ਮਾਲਾ। ਸਾਧਨ ਸਿੱਧ ਪ੍ਰਗਟ ਕੀਏ, ਨਾਥ ਭਲੀ ਪ੍ਰਕਾਰ। ਨਾਥ ਕਵੀ ਜੀ ਕਥਨ ਕਰਦੇ ਆ ਕਿ ਮੈਨੇ ਭਲੀ ਪ੍ਰਕਾਰ ਭਾਵ ਚੰਗੀ ਤਰ੍ਹਾਂ ਨਿਰਣਾ ਕਰਕੇ
ਇਸ ਗ੍ਰੰਥ ਵਿੱਚ ਸਿੱਧ ਸਸੀ ਸਿਹਾਰੀ ਤਦੀ ਸਿਹਾਰੀ ਸਿੱਧ ਭਾਵ ਸਿੱਧ ਦਾ ਅਰਥ ਮੁਕਤੀ, ਜਿਹੜੇ ਮੁਕਤੀ ਦੇ ਸਾਧਨ ਆ ਉਹ ਪ੍ਰਗਟ ਕੀਏ, ਭਾਵ ਜ਼ਾਹਰ ਕੀਤੇ ਆ, ਪ੍ਰਤੱਖ ਕੀਤੇ ਆ ਚੰਗੀ ਤਰ੍ਹਾਂ। ਜਿਹੜੇ ਸਿੱਧੀ ਕੀ ਆ, ਸਿੱਧ ਕਰਨਾ, ਜੀਵਨ ਦੀ ਸਿੱਧੀ ਕੀ ਆ, ਮੁਕਤੀ। ਮੁਕਤੀ ਦੇ ਜਿਹੜੇ ਸਾਧਨ ਉਹ ਪ੍ਰਗਟ ਕੀਤੇ ਇਸ ਗ੍ਰੰਥ ਵਿੱਚ। ਇਹ ਕਹਿਣਾ ਜਾ ਰਹੇ ਹੈ ਵੀ ਇਹ ਮੈਂ ਜਿਹੜੇ ਮੁਕਤੀ ਦੇ ਸਾਧਨ ਪ੍ਰਗਟ ਕੀਤੇ ਚੰਗੀ ਤਰ੍ਹਾਂ ਇਸ ਗ੍ਰੰਥ ਵਿੱਚ। ਬਹੁਤ ਵਿਚਾਰ ਨਾਲ ਜੋ ਰਚਿਆ ਹੋਇਆ। ਦੋਹਰਾ ਬੰਦਿਓ ਮਾਨ ਚਾਹਤ ਛੁਟਿਓ, ਬੰਦਿਓ ਮਾਨ ਚਾਹਤ ਛੁਟਿਓ। ਗੱਬੇ ਟਿੱਪੀ ਧੱਦੇ ਸਿਹਾਰੀ ਯਈਏ ਹੋੜਾ। ਬੰਦਿਓ ਮਾਨ ਐਵੇਂ ਲਿਖਣਾ, ਧੱਦੇ ਨੂੰ ਸਿਹਾਰੀ ਪਾ ਲੈਣੀ ਤੇ ਚਾਹਤ ਦੇ ਤੱਤੇ ਨੂੰ ਸਿਹਾਰੀ ਆ ਤੇ ਛੋਟੇ ਉਹਦੇ ਟੈਂਕ ਨੂੰ ਸਿਹਾਰੀ ਆ। ਜਿਹੜਾ ਕੋਈ ਜੀਵ ਸੰਸਾਰਕ ਜੰਜਾਲਾਂ ਵਿੱਚ ਬੰਦਿਓ ਮਾਨ ਕਹੀਏ ਬੱਝਿਆ ਹੋਇਆ ਵਾ, ਬੰਨਿਆ ਹੋਇਆ ਵਾ, ਆਪਣਾ ਛੁਟਕਾਰਾ ਜੇ ਚਾਹਤ ਛੁਟਿਆ, ਜੇ ਛੁਟਕਾਰਾ ਆਪਣਾ ਚਾਹੁੰਦਾ ਹੈ, ਯਹ ਨਿਸ਼ਚੈ ਮਨ ਮਾਹੇ, ਅਤੇ ਜਿਸ ਦੇ ਮਨ ਦੇ ਵਿੱਚ, ਚੇਤ ਦੇ ਵਿੱਚ ਯਹ ਕਹੀਏ ਇਸ ਗ੍ਰੰਥੇ ਪ੍ਰਤੀ ਨਿਸ਼ਚੈ ਭਰੋਸਾ ਹੈ। ਨਿਸ਼ਚਿਤ ਅਰਥ ਭਰੋਸਾ ਹੈ, ਯਕੀਨ ਹੈ। ਬੰਦਿਓ ਮਾਨ ਵੀ ਜਿਹੜਾ ਸੰਸਾਰ ਦੇ ਬੰਧਨਾਂ ਵਿੱਚ ਬੰਨਿਆ ਹੋਇਆ ਨਾ ਜੀਵ, ਤੇ ਚਾਹਤ ਛੁੱਟਿਆ ਚਾਹੁੰਦਾ, ਯਹ ਨਿਸ਼ਚਾ ਮਨ ਮਾਹੇ, ਇਹ ਫਿਰ ਜਿਹਦੇ ਨਿਸ਼ਚਾ ਮਨ ਦੇ ਵਿੱਚ ਕਿ ਮੈਂ ਛੁੱਟਣਾ ਹੀ ਹੈ। ਵਿਚਾਰ ਮਾਲਾ ਤਾ ਪਰ ਰਚੀ, ਉਹਨਾਂ ਐਸੇ ਪੁਰਸ਼ਾਂ ਦੇ ਉੱਪਰ, ਜੀਵਾਂ ਉੱਪਰ ਤੇ ਉਹਨਾਂ ਵਾਸਤੇ ਇਹ ਜਿਹੜੀ ਵਿਚਾਰ ਮਾਲਾ ਪੁਸਤਕ ਜਾਂ ਗ੍ਰੰਥ ਆ ਉਹ ਰਚਿਆ ਗਿਆ। ਉਹਨਾਂ ਪਰ ਵਿਚਾਰ ਤਾਂ ਪਰ ਉਹਨਾਂ ਪੁਰਸ਼ਾਂ ਦੇ ਉੱਪਰ ਵਿਚਾਰ ਮਾਲਾ ਪੁਸਤਕ ਰਚੀ ਬਣਾਈ ਗਈ ਹੈ। ਠੀਕ ਆ। ਜੋ ਮੰਦ ਥੋੜੀ ਬੁੱਧੀ ਵਾਲਾ, ਮੁਕਤੀ ਦੀ ਇੱਛਾ ਵਾਲਾ ਨਾ, ਜਿਹਦੀ ਬੁੱਧੀ ਥੋੜੀ ਆ, ਸਮਝ ਸਕੇ ਛੇਤੀ, ਤੇ ਮੁਕਤੀ ਦੀ ਇੱਛਾ ਵਾਲਾ ਵਾ ਵੀ ਮੈਂ ਮੁਕਤ ਹੋਣਾ ਚਾਹੁੰਦਾ, ਉਹਨਾਂ ਵਾਸਤੇ ਰਚਿਆ। ਆਗੇ ਤਾਗੇ ਪਰ ਨਾਹੀਂ, ਬਲਕਿ ਆਗੇ ਕਹੀਏ ਗਿਆਨੀ ਮੂਰਖ, ਤੇ ਤਾਗੇ ਕਹੀਏ ਤਤ ਗਿਆਨੀ। ਗੈ ਨਾਮ ਗਿਆਨ ਦਾ, ਆ ਨਾਮ ਰਹਿਦਾ, ਫਿਰ ਗਿਆਨੀ, ਤੇ ਤਾ ਨਾਮ ਤਤ ਦਾ, ਗੈ ਨਾਮ ਗਿਆਨ ਦਾ। ਆਗਿਆ ਤਾਗਿਆ ਪਰ ਨਾ, ਭਾਵ ਅਗਿਆਨੀ ਗਿਆਨੀ ਪੁਰਖ ਉੱਪਰ ਨਹੀਂ, ਉਹਦੇ ਵਾਸਤੇ ਨਹੀਂ ਰਚਿਆ, ਕਿਉਂਕਿ ਅਗਿਆਨੀ ਪਰ ਇਸ ਕਰਕੇ ਨਹੀਂ ਕਿ ਉਹਦੀ ਬੁੱਧੀ ਜੜਤਾ ਨੂੰ ਪ੍ਰਾਪਤ ਹੋਈ ਹੈ, ਤੇ ਅਗਿਆਨੀ ਉੱਪਰ ਪਾਪਾਂ ਦੀ ਮੈਲ ਮਨ 'ਚ ਵਿਖੇ ਚੰਚਲਤਾ ਹੋਣ ਕਰਕੇ ਉਹਦਾ ਅਧਿਕਾਰ ਨਹੀਂ ਹੈ, ਉਹਦੇ ਅਧਿਕਾਰੀ ਨਹੀਂ ਹੈਗਾ। ਅਗਿਆਨੀ ਨੂੰ ਜ਼ਰੂਰਤ ਵੀ ਨਹੀਂ ਹੁੰਦੀ, ਕਿਉਂਕਿ ਉਹ ਇਸ ਗਿਆਨ ਨੂੰ ਸਮਝ ਨਹੀਂ ਸਕਦਾ। ਜਿਹਦੇ ਅੰਦਰ ਚੰਚਲਤਾ, ਪਾਪਾਂ ਦੀ ਮੈਲ, ਉਹਨੂੰ ਲੋੜ ਵੀ ਕੋਈ ਨਹੀਂ। ਇਹ ਗਿਆਨ ਉੱਪਰ ਤਾਂ ਨਹੀਂ, ਗਿਆਨਵਾਨ ਪਹਿਲਾਂ ਹੀ ਬ੍ਰਹਮ ਨਿਸ਼ਚਾ ਕਰ ਚੁੱਕਾ, ਕਿ ਤਾਂ ਇਹਦਾ ਤੱਤ ਗਿਆਨੀ ਨਾਮ ਪਿਆ, ਤੇ ਉਸਨੂੰ ਇਹਦੀ ਗਿਆਨ ਦੀ ਲੋੜ ਨਹੀਂ, ਕਿਉਂਕਿ ਉਹ ਤਾਂ ਇਸ ਤੋਂ ਹੀ ਪਰੇ ਹੁੰਦਾ। ਇਸ ਕਰਕੇ ਗਿਆਨਵਾਨ ਵਾਸਤੇ ਵੀ ਗ੍ਰੰਥ ਨਹੀਂ ਹੈ, ਨਾ ਤੱਤ ਬੇਤਿਆਂ ਵਾਸਤੇ, ਨਾ ਗਿਆਨੀਆਂ ਵਾਸਤੇ। ਅਗਿਆਨੀ ਜਿਹਨੂੰ ਬੰਦਰਾਂ ਤੋਂ ਛੁੱਟਣ ਦੀ ਕੋਈ ਜਾਣਕਾਰੀ ਨਹੀਂ, ਚਾਹੁੰਦਾ ਹੀ ਨਹੀਂ ਆ, ਉਸਨੂੰ ਇਹ ਗ੍ਰੰਥ ਦਾ ਕੋਈ ਲਾਭ ਨਹੀਂ, ਤੇ ਤੱਤ ਬੇਤਿਆਂ ਨੂੰ ਇਹਦੀ ਲੋੜ ਨਹੀਂ, ਕਿਉਂਕਿ ਇਸ ਤੋਂ ਹੀ ਉੱਪਰ ਆ, ਤੇ ਉਹ ਵੈਸੇ ਹੀ ਸਰੂਪ ਦੀ ਪ੍ਰਾਪਤੀ ਵਾਲੇ ਤੱਤ ਗਿਆਨੀ ਨਾਮ ਹੀ ਤਾਂ ਨਾ ਤਾ। ਉਹਨਾਂ ਉੱਪਰ ਨਹੀਂ ਕਹਿੰਦੇ ਗ੍ਰੰਥ ਜਿਹੜਾ ਮੇਰੇ ਵੱਲੋਂ ਰਚਿਆ ਗਿਆ ਹੈ, ਤੇ ਜਿਹੜੇ ਜੰਜਾਲਾਂ ਵਿੱਚ ਬੱਧੇ ਦੀ ਛੁੱਟਿਆ ਚਾਹੁੰਦੇ, ਤੇ ਉਹਨਾਂ ਦੇ ਮਨ 'ਚ ਨਿਸ਼ਚਾ ਹੀ ਮੈਂ ਛੁੱਟਣਾ ਚਾਹੁੰਦਾ, ਉਹਨਾਂ ਵਾਸਤੇ ਗ੍ਰੰਥ ਰਚਿਆ ਹੈ। ਔਰ ਮਾਲ ਰਤਨਾਦ ਜੀ, ਔਰ ਕਹੀਏ ਹੋਰ
ਜੇ ਕਹੀਏ ਜਿਹੜੀਆਂ ਰਤਨਾਤ ਰਤਨ ਤੋਂ ਆਦਿ ਕਹੀਏ ਹੀਰੇ ਮੋਤੀ ਜਵਾਹਰਤ ਆਦਿ ਤੋਂ ਲੈ ਲੈਣਾ ਵੀ ਹੀਰੇ ਮੋਤੀ ਜਵਾਹਰਤ ਆਦਿ ਦੀਆਂ ਜਿਹੜੀਆਂ ਮਾਲਾਂ ਹਨ ਔਰ ਮਾਲ ਰਤਨਾਤ ਜੀ ਜੋ ਹੋਰ ਜੋ ਅਨੇਕ ਤਰ੍ਹਾਂ ਦੀਆਂ ਰਤਨਾਤ ਦੀਆਂ ਮਾਲਾਂ ਹਨ ਹੀਰੇ ਮੋਤੀਆਂ ਦੀਆਂ ਘਾਤ ਹੋਤ ਤਿੰਨ ਹੇਤ ਤਿੰਨ ਕਹੀਏ ਉਹਨਾਂ ਮਾਲਾ ਹੇਤ ਕਹੀਏ ਵਾਸਤੇ ਹੋਤ ਦੇ ਤੱਤੇ ਨੂੰ ਔਂਕੜਿਆ ਤਿੰਨ ਮਾਲਾ ਤਿੰਨ ਹੇਤ ਉਹਨਾਂ ਮਾਲਾ ਵਾਸਤੇ ਤਾਂ ਜਿਹੜੇ ਲਾਲਚੀ ਪੁਰਖ ਆ ਉਹ ਘਾਤ ਲਾਲਚੀ ਪੁਰਖਾਂ ਦਾ ਘਾਤ ਮਰਨਾ ਹੋਤ ਹੁੰਦਾ ਹੈ ਜਾਂ ਕਿਸੇ ਨੂੰ ਘਾਤ ਕਰ ਦਿੰਦੇ ਆ ਵਾ ਮਾਰ ਦਿੰਦੇ ਆ। ਜਿਹੜੇ ਹੀਰੇ ਜਵਾਹਰਤ ਦੀਆਂ ਮਾਲਾ ਆ ਨਾ ਉਹਦੇ ਬੱਲੇ ਤੇ ਕਈ ਨੁਕਸਾਨ ਹੋ ਜਾਂਦੇ ਕਤਲ ਹੋ ਜਾਂਦੇ ਅੱਗੇ ਦੇ ਗਲੋਂ ਲਾਉਂਦੇ ਆ ਤੇ ਗਲ ਵੱਢ ਦਿੰਦੇ। ਇਸ ਤਰ੍ਹਾਂ ਹੋਰ ਜਿਹੜੀਆਂ ਰਤਨਾਦਿਕ ਦੀਆਂ ਮਾਲਾਂ ਵਾ ਕਹਿੰਦੇ ਤਿੰਨ ਹੇਤ ਉਹਨਾਂ ਮਾਲਾ ਵਾਸਤੇ ਤਾਂ ਲਾਲਚੀ ਪੁਰਸ਼ ਜਿਹੜੇ ਆ ਕਈ ਤਰ੍ਹਾਂ ਦੇ ਘਾਤ ਨੁਕਸਾਨ ਕਰਦੇ ਕਤਲ ਕਰ ਦਿੰਦੇ। ਅਦਭੁਤ ਮਾਲ ਵਿਚਾਰੀ ਹੈ ਪਰ ਇਹ ਜਿਹੜੀ ਮਾਲਾ ਇਹ ਤੇ ਵਿਚਾਰਾਂ ਦੀ ਮਾਲਾ ਵਾ ਤੇ ਵਿਚਾਰਾਂ ਦੀ ਮਾਲਾ ਵਾ ਤੇ ਅਦਭੁਤ ਅਜੀਬੋ ਗਰੀਬ ਹੀ ਆ ਆਸ਼ਚਰਜੀ ਆ ਸ੍ਰੇਸ਼ਟੀ ਆ ਮਹਾਨ ਆ ਤੇ ਗਿਆਨ ਕਰਾਉਣ ਵਾਲੀ ਜਿਹੜੀ ਇਹਦੇ ਵਿੱਚ ਵਿਚਾਰ ਆ ਹਾਂ ਅਦਭੁਤ ਆਸ਼ਚਰਜੀ ਵਿਚਾਰਾਂ ਦੀ ਮਾਲਾ ਹੈ ਐਸੀ ਮਾਲਾ ਆਸ਼ਚਰਜ ਮਾਲਾ ਵੀ ਨਾ ਰੱਖ ਦਿੱਤਾ ਤੇ ਭਾਰੇ ਵਿਚਾਰਾਂ ਦੀ ਮਾਲਾ ਆ ਸਤ ਅਸਰ ਦੀ ਸਾਰ ਅਸਰ ਦੀ ਵਿਚਾਰ ਦੀ ਮਾਲਾ ਹੈ ਤਸਕਰ ਵਸ ਕਰ ਲੇਤ ਇਹ ਤੇ ਉਹ ਮਾਲਾ ਸ੍ਰੇਸ਼ਟ ਵਿਚਾਰਾਂ ਵਾਲੀ ਜਿਹੜੀ ਤਸਕਰ ਕਹੀਏ ਚੋਰਾਂ ਨੂੰ ਵੀ ਵਸ ਅਧੀਨ ਕਰ ਲੇਤ ਲੈਂਦੀ। ਠੀਕ ਆ ਭਾਵ ਤਸਕਰ ਕੀ ਹੈ ਕਾਮ ਕ੍ਰੋਧ ਲੋਭ ਅਹੰਕਾਰ ਅੰਦਰਲੇ ਚੋਰ ਹੀ ਵਸ ਕਰ ਲੈਂਦੀ। ਬਾਹਰਲੇ ਚੋਰ ਗਿਆਨ ਦੀ ਸਰੂਪ ਦੀ ਪ੍ਰਾਪਤੀ ਵਾਲੇ ਨਹੀਂ ਹੁੰਦਾ ਉਹ ਹੀ ਵਸ ਕਰ ਲੈਂਦੀ। ਇਸ ਕਰਕੇ ਅਦਭੁਤ ਹੀ ਮਾਲਾ ਹੈ। ਵਾਸੁਦੇਵ ਕਰਦੇ ਠੀਕ ਆ ਵਾਸੁਦੇਵ ਸੱਸੇ ਨੂੰ ਸਿਆਰੀ ਕਰਦੇ ਰਾਜਨ ਨੂੰ ਸਿਆਰੀ ਦੋਹਰਾ ਖੜ ਦਰਸ਼ਨ ਕੀ ਮਾਲ ਜੋ ਕਹੀਏ ਜਿਹੜੀ ਖਟ ਦਰਸ਼ਨ ਛੇ ਭੇਖ ਦਰਸ਼ਨ ਕਹੀਏ ਭੇਖ ਖੜ ਦਰਸ਼ਨ ਸ਼ਾਸਤਰਾਂ ਨੂੰ ਵੀ ਕਹਿੰਦੇ ਤੇ ਖੜ ਦਰਸ਼ਨ ਭੇਖਾਂ ਨੂੰ ਕਹਿੰਦੇ। ਜਿਹੜੀ ਛੇ ਦਰਸ਼ਨਾ ਭੇਖਾਂ ਦੀ ਮਾਲਾ ਹੈ ਆਪ ਨੂੰ ਪਛ ਲਿਏ ਜੋ ਆਪ ਨੂੰ ਬਾਠਿਆੜੇ ਕੰਨਾ ਪੱਪਾ ਨਨੇ ਸਿਆਰੀ ਆਪ ਨੂੰ ਪਛ ਲਿਏ ਜੋ ਉਹ ਜੋ ਕਹੀਏ ਜੋ ਵੀ ਲੈਂਦੀਆਂ ਹਨ ਆਪ ਨੂੰ ਪਛ ਆਪੋ ਆਪਣਾ ਪੱਖ ਲੀਏ ਲੈਂਦੀਆਂ ਅਰਥਾਤ ਆਪੋ ਆਪਣਾ ਪੱਖ ਹੀ ਜ਼ਾਹਰ ਕਰਦੀਆਂ ਹਨ। ਕੋਈ ਵੀ ਕਹਿੰਦਾ ਇਹ ਮਾਲਾ ਰੁਦਰਾਖ ਦੀ ਚੰਗੀ ਹੈ ਕੋਈ ਕਹਿੰਦਾ ਤੁਲਸੀ ਦੀ ਕੋਈ ਕਹਿੰਦਾ ਮੂੰਗੇ ਦੀ ਕੋਈ ਉੱਨ ਦੀ ਇਤਿਆਦਿਕ ਜਿਹੜੇ ਛੇ ਆ ਨਾ ਖੜ ਦਰਸ਼ਨ ਕੀ ਮਾਂ ਇਹ ਜਿਹੜੇ ਛੇ ਭੇਖਾਂ ਦੀ ਮਾਲਾ ਉਹ ਆਪ ਨੂੰ ਪਛ ਲਈਏ ਜੋ ਉਹ ਆਪੋ ਆਪਣੇ ਜਿਹੜੇ ਫਿਰਕੇ ਦੀਆਂ ਭੇਖ ਦੇ ਪੱਖ ਲੈਂਦੀ ਹੈ ਮਾਲਾ। ਉਹ ਜਿਹੜੇ ਫਿਰਕੇ ਛੇ ਦਰਸ਼ਨ ਆਪੋ ਆਪਣਾ ਪੱਖ ਲੈਂਦੇ ਕਹਿੰਦੇ ਆਹ ਮਾਲਾ ਸਾਡੀ ਚੰਗੀ ਇਹਦੇ ਨਾਲ ਛੇਤੀ ਪ੍ਰਾਪਤੀ ਹੁੰਦੀ। ਆਪਣੀ ਭੇਖ ਦੀ ਸ਼ੋਭਾ ਵਾਸਤੇ ਹੀ ਉਹਨਾਂ ਨੇ ਮਾਲਾ ਜਿਹੜੀ ਆ ਰੱਖੀ ਹੋਈ।
ਉਹ ਜਿਵੇਂ ਧਰਮ ਸ਼ਾਸਤਰ ਚ ਹੁੰਦਾ, ਜੋਗੀ ਜੰਗਮ ਸਰੇਵੜੇ ਸੰਨਿਆਸੀ ਯੋ ਦਰਵੇਸ਼ ਸੇਵਾ ਜਾਮਾਂ ਬੇਪਰਕਾ ਜਾਮੈ ਮੀਨ ਨਾ ਵੇਖ। ਜੋਗੀ ਜੰਗਮ ਸਰੇਵੜੇ ਸੰਨਿਆਸੀ ਦਰਵੇਸ਼ ਅਤੇ ਜਾਮਾ ਸੇਵਾ ਜਾਮਾ ਬੇਪਰਕਾ ਛੇ ਭੇਖ। ਇਹਨੇ ਵੱਖੋ ਵੱਖਰਾ ਮਾਲਾ ਆ ਤੇ ਆਪੋ ਆਪਣਾ ਪੱਖ ਲੈਂਦੇ ਆ, ਆਪੋ ਆਪਣੀ ਗੱਲ ਰੱਖਦੇ ਆ। ਕੋਈ ਕਹਿੰਦਾ ਦੱਸਿਆ ਨਾ ਤੁਲਸੀ ਮਾਲਾ ਚੰਗੀ, ਕਹਿੰਦਾ ਰੁਦਰਾਖ ਦੀ, ਜਾਂ ਐਵੇਂ ਵੀ ਅਰਥ ਬਣਦਾ ਖੜ ਦਰਸ਼ਨ ਕੀ ਮਾਲ। ਛੇ ਦਰਸ਼ਨਾਂ ਦੀ ਜਿਹੜੀ ਮਾਲਾ ਕਹੀਏ ਪੰਗਤੀ ਆ ਨਾ, ਉਹ ਜੋਗੀ ਜੰਗਮ ਸਰੇਵੜੇ ਬ੍ਰਹਮਚਾਰੀ ਸੰਨਿਆਸੀ ਦਰਵੇਸ਼, ਇਹ ਛੇ ਖੜ ਦਰਸ਼ਨ ਆ, ਛੇ ਭੇਖ ਆ। ਇਹ ਜੋ ਸਾਰੇ ਹਨ ਇਹ ਛੇ ਦਰਸ਼ਨ ਆਪੋ ਆਪਣਾ ਹੀ ਪੱਖ ਲੈਂਦੇ ਆ, ਆਪੋ ਆਪਣੀ ਗੱਲ ਰੱਖਦੇ ਆ। ਦਵੈਤ ਰਹਿਤ ਰੁਚ ਮਾਲੀ ਹੈ, ਜਾਂ ਆਪਣੀ ਮਾਲਾ ਦੀ ਗੱਲ ਕਰਦੇ ਆ। ਦਵੈਤ ਰਹਿਤ ਰੁਚ ਮਾਲੀ ਹੈ ਯਹ ਮਾਲ। ਇਹ ਜਿਹੜੀ ਮਾਲਾ ਭਾਵ ਜਿਹੜੀ ਵਿਚਾਰ ਮਾਲਾ ਨਾ, ਇਹ ਦਵੈਤ, ਇਹ ਦਵੈਸ਼ ਤੋਂ ਰਹਿਤ ਆ, ਭਾਵ ਆਪਣਾ ਪੱਖ ਨਹੀਂ ਰੱਖਦੀ, ਸਰਬ ਦੇ ਵਾਸਤੇ ਹੀ ਆਏ। ਦਵੈਸ਼ ਰਹਿਤ ਆ ਤੇ ਰੁਚ ਸੁੰਦਰ ਆ, ਵਿਚਾਰਾਂ ਦੇ ਸਹਿਤ ਆ। ਮੋਤੀਆਂ ਦੀ ਗੱਲ ਨਹੀਂ ਇੱਥੇ ਹੈਗੀ ਵੀ ਵਿਚਾਰ ਰੁਦਰਾਖ ਦੀ ਜਾਂ ਤੁਲਸੀ ਦੀ ਆ, ਉਹ ਤੇ ਦਵੈਤ ਹੋ ਗਿਆ ਨਾ ਵੀ। ਉਹ ਕਹਿੰਦਾ ਤੁਲਸੀ ਦੀ ਮਾਲਾ ਚੰਗੀ, ਕਹਿੰਦਾ ਨਹੀਂ ਰੁਦਰਾਖ ਦੀ ਮਾਲਾ ਚੰਗੀ, ਉਹ ਦਵੈਤ ਹੋ ਗਿਆ ਨਾ ਵੀ। ਦੋ ਪੱਖ ਹੋ ਗਏ, ਜੇ ਛੇ ਪੱਖ ਹੋ ਜਾਂਦੇ ਉਹਦੇ ਦਵੈਤ ਤੋਂ ਹੀ ਟੱਪ ਜਾਂਦਾ ਕੰਮ। ਪਰ ਇਹ ਵਿਚਾਰ ਮਾਲਾ ਕੀ ਸਭ ਲਈ ਛੇ ਭੇਖ ਹੀ ਇਹ ਤੋਂ ਗਿਆਨ ਲੈ ਸਕਦੇ। ਇਸ ਕਰਕੇ ਵਿਚਾਰ ਦੀ ਮਾਲਾ ਸਭ ਤੋਂ ਉੱਪਰ ਹੈ। ਇਹ ਦਵੈਤ ਰਹਿਤ ਰੁਚ ਮਾਲੀ ਹੈ। ਇਹ ਕਹੀਏ ਇਹ ਜਿਹੜੀ ਮਾਲਾ ਨਾ ਵਿਚਾਰ ਮਾਲਾ, ਦਵੈਤ ਤੋਂ ਰਹਿਤ ਆ, ਦੁਬਦਾ ਨਹੀਂ ਕੋਈ ਇਹਦੇ ਵਿੱਚ, ਤੇ ਰੁਚ ਸੁੰਦਰ ਆ। ਸੋਬਤ ਸਭਨ ਹੀਏ ਜੋ, ਸੋਬਤ ਦੇ ਤਤੇ ਨੂੰ ਸਿਹਾਰੀ ਆ ਤੇ ਸਭਨ ਦੇ ਭੱਬੇ ਨੂੰ ਸਿਹਾਰੀ। ਸਭਨ ਸੋਬਤ ਸਭਨ ਹੀਏ ਜੋ, ਹਾਏ ਸਿਹਾਰੀ ਜਾਈਏ ਲਾਵਾਂ ਪਰ ਪੜ੍ਹਨਾ ਬਿਹਾਰੀ ਨਾ ਹੀਏ ਜੋ ਕਹੀਏ ਜੋ ਵੀ ਇਸ ਨੂੰ ਪੜ੍ਹਦੇ ਆ ਵਿਚਾਰਾਂ ਦੀ ਮਾਲਾ ਨੂੰ, ਹੁਣ ਸਭਨ ਕਹੀਏ ਸਭਨਾਂ ਦੇ, ਉਹਨਾਂ ਸਾਰਿਆਂ ਦੇ ਹੀ ਇਹ ਹਿਰਦਿਆਂ ਦੇ ਵਿੱਚ, ਹਿਰਦਿਆਂ ਰੂਪ ਗਲਾਂ ਵਿੱਚ ਇਹ ਸੋਭਤ ਕਹੀਏ ਸੋਭਦੀ, ਸੁਭਾਏਮਾਨ ਹੁੰਦੀ। ਐਸੀ ਇਹ ਮਾਲਾ ਇਹ ਸੋਭਤ ਸਭਨ ਹੀ। ਜੋ ਵੀ ਇਹ ਵਿਚਾਰ ਮਾਲਾ ਦੀ ਵਿਚਾਰ ਕਰਦੇ ਨਾ, ਪੜ੍ਹਦੇ ਆ, ਉਹ ਸਭਨ ਕਹੀਏ ਸਾਰਿਆਂ ਦੇ ਇਹ ਹਿਰਦਿਆਂ ਰੂਪੀ ਕੰਠ ਵਿੱਚ ਸੋਭਦੀ ਆ। ਉਹ ਤੇ ਦੂਜੇ ਕੰਠ ਤੇ ਪੈਂਦੀ ਨਾ ਬਾਹਰਲੇ, ਇਹ ਵਿਚਾਰ ਮਾਲਾ ਹਿਰਦੇ ਰੂਪੀ ਕੰਠ 'ਚ ਪੈਂਦੀ। ਭਾਵ ਗਿਆਨ ਜਦੋਂ ਹਿਰਦੇ 'ਚ ਹੁੰਦਾ ਤੇ ਉਹ ਫਿਰ ਹਿਰਦਾ ਸੋਭਦਾ। ਜਿਵੇਂ ਗਲ ਵਿੱਚ ਮਾਲਾ ਪਾਈ ਸੋਭਦੀ ਹੈ ਵੀ ਬੜੀ ਸੋਹਣੀ ਲੱਗਦੀ, ਉਹ ਹਿਰਦਾ ਰੂਪੀ ਕੰਠ ਸੋਭਤ ਸੁਭਾਏਮਾਨ ਹੁੰਦਾ ਹੈ। ਇਸ ਪ੍ਰਕਾਰ ਕੇ ਵਿਚਾਰ ਮਾਲਾ ਉਹਨਾਂ ਛੇ ਭੇਖਾਂ ਦੀਆਂ ਮਾਲਾ ਤੋਂ ਉੱਚੀ ਮਾਲਾ ਹੈ ਤੇ ਛੇ ਭੇਖਾਂ ਤੋਂ ਉੱਪਰ ਹੈ। ਛੇ ਭੇਖਾਂ 'ਚ ਰਹਿ ਕੇ ਗਿਆਨ ਪ੍ਰਾਪਤ ਕਰਨਾ, ਇਹ ਵਿਚਾਰ ਮਾਲਾ 'ਚ ਗਿਆਨ ਹੀ ਹੈ। ਉਹਨੇ ਤੇ ਪ੍ਰਾਪਤ ਕਰਨਾ, ਇਸ ਵਿੱਚ ਗਿਆਨ ਹੈ, ਇਸ ਨੂੰ ਪ੍ਰਾਪਤ ਕਰਨਾ ਨਾਲ। ਇਸ ਕਰਕੇ ਪ੍ਰਾਪਤ ਕਰਨ ਵਾਲੇ ਨੂੰ ਜੋ ਆਪ ਹੀ ਸ਼ੁੱਧ ਆਪ ਹੀ ਗਿਆਨ ਹੈ, ਉਹ ਮਹਾਨ ਹੈ। ਦੋਹਰਾ ਰਾਵ ਰੰਕ ਮਨ ਭਾਵਤੀ। ਇਸ ਵਿਚਾਰ ਮਾਲਾ ਵਾਲੀ ਪੁਸਤਕ ਨੂੰ ਭਾਵੇਂ ਰਾਵ ਕਹੀਏ ਰਾਜਾ ਹੋਵੇ, ਜਾਂ ਰੰਗ ਕਹੀਏ ਮੰਗਤਾ ਕੰਗਾਲ ਹੋਵੇ, ਜੋ ਵੀ ਭਾਵਨਾ ਸ਼ਾਇਦ ਪੜ੍ਹੇਗਾ ਜਾਂ ਸੁਣੇਗਾ, ਉਸ ਦੇ ਮਨ ਭਾਵਤੀ, ਉਸ ਦੇ ਮਨ ਚਿੱਤ ਨੂੰ ਭਾਵਤੀ ਇਹ ਚੰਗੀ ਲੱਗੇ, ਭਾ ਜਾਊਗੀ। ਰਾਵ ਰੰਗ ਮਨ ਭਾਵਤੀ, ਜਿਹੜਾ ਉਹਨੂੰ ਪੜੂਗਾ ਨਾ, ਭਾਵੇਂ ਕੰਗਾਲ ਰਾਜਾ ਪੜ੍ਹੇਗਾ, ਭਾਵਨਾ ਦੇ ਸਹਿਤ ਸ਼ਰਧਾ ਦੇ ਸਹਿਤ ਸੁਣੇਗਾ, ਉਹਦੇ ਮਨ ਨੂੰ ਭਾਵਤੀ, ਮਨ ਨੂੰ ਚੰਗੀ ਲੱਗੇਗੀ। ਠੀਕ ਆ ਜੀ।
ਜਾਂ ਵੀ ਐਸੀ ਮਾੜਾ ਰਾਵ ਰੰਗ ਮਨ ਭਾਵਦੀ ਰਾਜਿਆਂ ਕੰਗਾਲਾਂ ਦੇ ਸਾਰਿਆਂ ਨੂੰ ਮਨ ਨੂੰ ਭਾਉਣ ਵਾਲੀ ਵਰਨਾਸ਼ਰਮ ਸੁਖ ਦੈਨ। ਫਿਰ ਵਰਨ ਆਸ਼ਰਮ 4 ਵਰਨ ਜਿਹੜੇ ਖੱਤਰੀ ਬ੍ਰਾਹਮਣ ਸੂਦ ਵੈਸ 4 ਆਸ਼ਰਮ ਆ। ਬ੍ਰਹਮਚਾਰੀ ਗ੍ਰਹਿਸਥੀ ਸੰਨਿਆਸ ਬਾਣਪ੍ਰਸਤੀ ਤੇ ਸੰਨਿਆਸੀ 4 ਆਸ਼ਰਮ। ਇਹ ਚਾਰੇ ਆਸ਼ਰਮਾਂ ਚਾਰੇ ਆਸ਼ਰਮਾਂ ਨੂੰ ਸੁਖ ਦੇਣ ਵਾਲੀ ਜਾਂ ਵੀ ਚਾਰੇ ਵਰਨਾਂ 'ਚ ਕੋਈ ਦਾ ਪੜ੍ਹੇ ਸੁਣੇ, ਚਾਰੇ ਆਸ਼ਰਮਾਂ 'ਚ ਕੋਈ ਪੜ੍ਹੇ ਸੁਣੇ, ਸਭ ਨੂੰ ਸੁੱਖ ਦੇਣ ਵਾਲੀ, ਕਿਸੇ ਨੂੰ ਦੁੱਖ ਦੇਣ ਵਾਲੀ ਨਹੀਂ, ਕਿਸੇ ਦੇ ਖਿਲਾਫ ਗੱਲ ਨਹੀਂ ਇਹਦੇ ਵਿੱਚ ਹੈ। ਰੁਚ ਵਿਚਾਰ ਮਾਲਾ ਰਚੀ। ਇਹ ਐਸੀ ਰੁਚ ਕਹੀਏ ਸੁੰਦਰ ਵਿਚਾਰਾਂ ਦੀ ਮਾਲਾ ਰਚੀ, ਰਚਨਾ ਕੀਤੀ ਹੈ, ਬਣਾਉਣਾ ਕੀਤੀ ਆ। ਜੋ ਚਿਤਵਤ ਚਿਤ ਅਤ ਚੈਨ, ਜੋ ਇਸ ਨੂੰ ਚਿੱਤ ਵਿੱਚ ਚਿਤਵਤ ਕਹੀਏ ਚੇਤੇ ਕਰਦਾ, ਜੋ ਇਸ ਨੂੰ ਚਿੱਤ ਵਿੱਚ ਚੇਤੇ ਕਰੇਗਾ। ਚਿੱਤ ਕਹੀਏ ਚਿਤ ਅਤ ਚੈਨ, ਚਿੱਤ ਦਾ ਅਰਥ ਚਿੱਤ ਤੇ ਚਿਤਵਤ ਕਹੀਏ ਚੇਤੇ, ਜੋ ਵੀ ਚਿੱਤ ਵਿੱਚ ਚਿਤਵੇਗਾ ਨਾ, ਚੇਤੇ ਕਰੇਗਾ ਇਸ ਵਿਚਾਰ ਮਾਲਾ ਨੂੰ, ਭਾਵੇਂ ਦੀ ਵਿਚਾਰ ਕਰੇਗਾ ਅਤ ਚੈਨ, ਉਹਦੇ ਮਨ ਦੇ ਵਿੱਚ ਚਿੱਤ ਦੇ ਵਿੱਚ ਆਦਿ ਕਹੀਏ ਅਤਿਅੰਤ ਹੀ ਬੇਅੰਤ ਹੀ ਚੈਨ ਸ਼ਾਂਤੀ ਸੁੱਖ ਸਹਿਜ ਆਏਗਾ। ਚੈਨ ਦਾ ਤੇ ਸ਼ਾਂਤੀ ਆਏਗੀ, ਸੁੱਖ ਕਿਹੜਾ ਆਨੰਦ ਆਏਗਾ, ਟਿਕਾਊ ਆਏਗਾ, ਉਹਦਾ ਮਨ ਦੌੜੇਗਾ ਨਹੀਂ, ਮਨ ਨੂੰ ਚੈਨ ਆਏਗਾ। ਐਸੀ ਸੁੰਦਰ ਵਿਚਾਰ ਮਾਲਾ ਰਚੀ ਆ, ਜਿਹੜਾ ਚਿੱਤ ਵਿੱਚ ਚੇਤੇ ਕਰੇਗਾ ਨਾ, ਮਨ ਵਿੱਚ ਇਹਦੀ ਵਿਚਾਰ ਕਰੇਗਾ, ਮੰਨਣ ਕਰੇਗਾ, ਉਹਨੂੰ ਅਤਿਅੰਤ ਚੈਨ ਸੁੱਖ ਹੋਏਗਾ। ਇਹ ਕਹਿ ਰਹੀ ਦੋਹਰਾ ਅਨਾਥ ਸਰਵਣ ਬਹੁਤੇ ਕੀਏ। ਅਨਾਥਪੁਰੀ ਕਵੀ ਜੀ ਕਥਨ ਕਰਦੇ ਆ ਕਿ ਮੈਂ ਕਵੀ ਨੇ ਬਹੁਤੇ ਕਹੀਏ ਬੇਅੰਤ ਗ੍ਰੰਥ ਜਿਹੜੇ ਆ ਨਾ, ਉਹ ਸਰਵਣ ਕਹੀਏ ਸੁਣਨਾ ਤੇ ਪੜ੍ਹਨਾ ਕੀਤੇ ਹਨ। ਕਹਿਓ ਬਹੁਤ ਪ੍ਰਕਾਰ, ਜਿਨ੍ਹਾਂ ਵਿੱਚ ਬਹੁਤ ਤਰ੍ਹਾਂ ਨਾਲ, ਅਨੇਕਾਂ ਤਰ੍ਹਾਂ ਨਾਲ ਜਿਹੜਾ ਵਾਦ ਵਿਵਾਦ ਕਹਿਓ ਕਥਨ ਕੀਤਾ ਹੋਇਆ, ਬੜੇ ਪੱਖ ਰੱਖੇ ਹੋਏ। ਅੱਜ ਵਿਚਾਰ ਸਾਗਰ ਪੜ੍ਹੋਗੇ ਨਾ, ਉੱਥੇ ਵੀ ਕਿੰਨੇ ਪੱਖ ਰੱਖੇ, ਫਲਾਣਾ ਆਹ ਕਹਿੰਦਾ, ਢੰਗਾਣਾ ਕਹਿੰਦਾ। ਫਿਰ ਉਹ ਸਾਰੀਆਂ ਗੱਲਾਂ ਉਹ ਪ੍ਰਮਾਣਾਂ ਮੁਤਾਬਕ ਸਭ ਦੀਆਂ ਸਹੀ ਹੁੰਦੀਆਂ, ਪਰ ਉਹ ਵਿਦਾਂਤ ਦਾ ਗ੍ਰੰਥ ਹੋਣੇ ਕਰਕੇ ਵਿਦਾਂਤ ਆਪਣੀ ਗੱਲ ਸਿੱਧ ਕਰਦਾ ਕਿੰਨੇ ਪ੍ਰਮਾਣ ਦੇ ਕੇ। ਫਿਰ ਉੱਥੇ ਵਾਦ ਵਿਵਾਦ ਹੀ ਹੈ ਨਾ, ਜਿਹੜਾ ਆਪਣੀ ਗੱਲ ਕਰਦਾ ਸਹੀ ਸਮਝ ਕੇ ਕਰਦਾ। ਇਸ ਪ੍ਰਕਾਰ ਕਹਿੰਦੇ ਵੀ ਮੈਂ ਬਹੁਤ ਪ੍ਰਕਾਰ ਨਾਲ ਉਹਨਾਂ ਗ੍ਰੰਥਾਂ ਵਿੱਚ ਜਿਹੜਾ ਕਿਆ ਹੋਇਆ ਵਾ, ਕਹੇ ਉਹਦੇ ਹਾਹੇ ਨੂੰ ਸਿਆਰੀ ਆ ਜਈਆ ਪੂਰਾ ਹੋੜਾ ਲੱਗਾ। ਅਨਾਥਪੁਰੀ ਕਵੀ ਜੀ ਕਹਿੰਦੇ ਮੈਂ ਬਹੁਤੇ ਜਿਹੜੇ ਗ੍ਰੰਥ ਆ ਸਰਵਣ ਕੀਤੇ, ਪੜ੍ਹਨਾ ਕੀਤੇ, ਅਤੇ ਜਿਨ੍ਹਾਂ ਵਿੱਚ ਬਹੁਤ ਪ੍ਰਕਾਰ ਕਈ ਤਰ੍ਹਾਂ ਨਾਲ ਕਹਿਆ ਹੋਇਆ, ਵੱਖੋ ਵੱਖਰਾ ਵਾਦ ਵਿਵਾਦ। ਆਪਸੋ ਵਿਚਾਰ ਪੁਨ, ਵਿਚਾਰ ਦੇ ਦੋਵੇਂ ਜਿਹੜੇ ਵਿਚਾਰ ਸ਼ਬਦ ਇਹਨਾਂ ਦੇ ਰਾਰਿਆਂ ਨੂੰ ਸਿਆਰੀ ਆ। ਕਹਿੰਦੇ ਹੁਣ ਮੈਂ ਸ੍ਰੇਸ਼ਟ ਜਿਹੜੇ ਸੋ ਕਹੀਏ ਸ੍ਰੇਸ਼ਟ ਹੁਣ ਮੈਂ ਸ੍ਰੇਸ਼ਟ ਜਿਹੜੇ ਵਿਚਾਰਾਂ ਨੂੰ ਵਿਚਾਰ ਕਹੀਏ, ਵਿਚਾਰ ਕੇ ਪਹਿਲੇ ਵਿਚਾਰ ਦਾ ਅਰਥ ਵਿਚਾਰਾਂ ਨੂੰ, ਦੂਜੇ ਦਾ ਅਰਥ ਵਿਚਾਰ ਦਾ ਵਿਚਾਰ ਕੇ, ਹੁਣ ਮੈਂ ਸ੍ਰੇਸ਼ਟ ਵਿਚਾਰਾਂ ਨੂੰ ਵਿਚਾਰ ਕੇ ਇਹ ਪੁਸਤਕ ਜਿਹੜੀ ਆ ਬਣਾਈ ਆ, ਜਿਸ ਨੂੰ ਪੜ੍ਹ ਕੇ ਕਰਨ ਨਾ ਪਰੇ ਵਿਚਾਰ, ਫਿਰ ਕੋਈ ਹੋਰ ਵਿਚਾਰ ਜਿਹੜੀ ਆ ਉਹ ਕਰਨ ਕਹੀਏ ਕਰਨੀ ਨਾ ਕਹੀਏ, ਨਾ ਪਰੇ ਕਹੀਏ ਪਾਵੇ।
ਅਥਵਾ ਹੁਣ ਇਸ ਪੁਸਤਕ ਵਿੱਚ ਕਈਆਂ ਜਿਹੜੀਆਂ ਸ੍ਰੇਸ਼ਟ ਵਿਚਾਰਾਂ ਵਾ, ਸੋ ਕੋਈ ਕਹੀਏ ਸ੍ਰੇਸ਼ਟ ਜਿਹੜੀ ਵਿਚਾਰ ਕਈ ਵਿਚਾਰਾਂ ਵਾ, ਉਹਨਾਂ ਨੂੰ ਵਿਚਾਰ ਕਹੀਏ ਵਿਚਾਰਨਾ ਕਰੋ ਭਾਈ। ਜਿਹੜੇ ਪੜ੍ਹਨ ਸੁਣਨ ਵਾਲੇ ਉਹ ਵਿਦਿਆਰਥੀ ਉਹ ਕਰਨਾ ਨਾ ਪਰੇ ਵਿਚਾਰ, ਜਿਸ ਕਰਕੇ ਹੋਰ ਵਿਚਾਰ ਤੁਹਾਨੂੰ ਕਰਨੀ ਨਾ ਪਵੇ, ਹੋਰ ਕੋਈ ਵਿਚਾਰ ਸੋਚ ਵਿਚਾਰ ਨਾ ਕਰਨੀ ਪਵੇ। ਇਸ ਕਰਕੇ ਇਸੇ ਗ੍ਰੰਥ ਨੂੰ ਚੰਗੀ ਤਰ੍ਹਾਂ ਵਿਚਾਰ ਲਓ, ਸਾਰਾ ਹੀ ਅੱਛਾ ਇਹਦੇ ਵਿੱਚ ਹੈ। ਸ਼ੁਰੂ ਤੇ ਵੀ ਕਿਹਾ ਨਾ ਵੀ ਇਹ ਗ੍ਰੰਥ ਜੀਵ ਦੀ ਏਕਤਾ ਵਾਲਾ ਬੜਾ ਗਿਆਨਮਈ ਹੈ ਤੇ ਸਾਰੇ ਗ੍ਰੰਥਾਂ ਦਾ ਨਿਚੋੜ ਆ। ਇਸ ਕਰਕੇ ਇੱਥੇ ਵੀ ਕਹਿਣ ਦੇ ਵੀ ਸਾਰੇ ਗ੍ਰੰਥਾਂ ਦਾ ਵਿਜੋੜ, ਇਹਨੂੰ ਚੰਗੀ ਤਰ੍ਹਾਂ ਵਿਚਾਰ ਲਓ, ਅੱਗੇ ਪੜ੍ਹਨ ਦੀ ਜ਼ਰੂਰਤ ਨਹੀਂ ਪਊਗੀ। क्षमा करो शेष जान के, ਹੁਣ ਕਵੀ ਜਿਹੜੇ ਆ ਉਹ ਆਪ ਬਹੁਤ ਉੱਚੇ ਆ, ਮਹਾਨ ਆ, ਫਿਰ ਵੀ ਆਪ ਨੂੰ ਨਿਮਾਣਾ ਦੱਸਦੇ ਹੋਏ ਕਹਿ ਰਹੇ ਆ, क्षमा करो शेष जान के, हे कब महापर बोध। अर्थ बात हे कहिए भी हे या महा दा कहिए महान, पर बुद्ध दा कहिए पारना विशेष दा, बुद्ध नाम बुद्धि दा ज्ञात दा। हे महान ते पर कहिए विशेष करके ज्ञात रखने वाले ਜਾਂ बुद्ध रखने वाले ज्ञात पुरखो। ਕਾਵ ਕਹੀਏ ਕਵੀ ਜਨੋ, ਜੇਕਰ ਮੇਰੀ ਇਸ ਪੁਸਤਕ ਵਿੱਚ ਕੋਈ ਸਿਧਾਂਤਕ ਗਲਤੀ ਹੋ ਗਈ ਹੋਵੇ ਜਾਂ ਬ੍ਰਹਮ ਦੀ ਪ੍ਰਾਪਤੀ ਤੋਂ ਉਲਟ ਕੋਈ ਵਾਰਤਾ ਕਹੀ ਗਈ ਹੋਵੇ, ਕਿਉਂਕਿ ਇਹ ਜੀਵ ਵਿਚਾਰਾ ਭੁੱਲਣ ਹਾਰਿਆ, ਕੋਈ ਅੱਗੇ ਪਿੱਛੇ ਹੋ ਸਕਦੀ ਗੱਲ ਕਹੀ ਗਈ ਜਿਹੜੀ ਨਾ ਮਿਲੇ। ਇਸ ਗ੍ਰੰਥ ਨੂੰ ਰਚਨ ਵੇਲੇ ਜੇ ਮੇਰੇ ਕੋਲ ਕੋਈ ਕਹਿੰਦੇ ਗਲਤੀ ਹੋ ਗਈ ਹੋਵੇ, ਕੋਈ ਮੈਂ ਬਚਨ ਕਰਦਿਆਂ ਮਤਲਬ ਆਪਣਾ ਗਿਆਨ ਕਿਤੇ ਝਾੜ ਬੈਠਾ ਹੋਵਾਂ ਤੇ ਉਹ ਉਲਟ ਹੋ ਗਿਆ ਹੋਵੇ ਕੋਈ ਬਚਨ ਵਿਲਾਸ ਲਿਖਣ ਵਿੱਚ ਉਚਾਰਨ ਵਿੱਚ, ਤਾਂ ਕਹਿੰਦੇ ਭਾਏ ਕਵੀ ਜਨੋ ਮਾ ਵਿਸ਼ੇਸ਼ ਕਰਕੇ ਵੱਡੀ ਯਾਦ ਰੱਖਣ ਵਾਲੇ ਮਹਾਜਨੋ, ਗਿਆਨੀਓ, ਵਿਦਵਾਨੋ, ਮਹਾਂਪੁਰਸ਼ੋ, क्षमा ਕਰੋ ਸਿਸ ਜਾਣ ਕੇ। ਤਾਂ ਮੈਨੂੰ ਤੁਸੀਂ ਆਪਣਾ ਸ਼ੇਸ਼ ਕਹੀਏ ਬਾਲਕ ਜਾਣ ਕੇ, ਬੱਚਾ ਜਾਣ ਕੇ ਨਾ, ਵੀ ਚਲੋ ਬੱਚੇ ਕੋਲ ਗਲਤੀ ਹੋ ਹੀ ਜਾਂਦੀ ਆ, ਬੱਚਾ ਜਾਣ ਕੇ क्षमा ਕਰੋ, ਮਾਫ ਕਰੋ, ਮੈਨੂੰ ਮਾਫ ਕਰ ਦੇਣਾ ਕਰੋ, ਕਿਉਂਕਿ ਮੈਂ ਨਹੀਂ ਏਡਾ ਗਿਆਨੀ। ਇਹ ਆਪਣੀ ਨਿਮਰਤਾ ਜਿਹੜੀ ਆ ਉਹ ਕਵੀ ਜੀ ਜਣਾ ਰਹੇ ਇੱਥੇ। ਲੇਹੋ ਸੁਧਾਰ ਵਿਚਾਰ ਕੇ, ਤੇ ਆਪ ਜੀ ਸੁਧਾਰ ਕੇ, ਦਰੁਸਤ ਕਰਕੇ, ਸੁਧਾਰ ਕੇ ਜਾਂ ਸੋਧ ਕੇ ਚੰਗੀ ਤਰ੍ਹਾਂ ਸੁਧਾਰ ਲਿਓ, ਚੰਗੀ ਤਰ੍ਹਾਂ ਸੁਧਾਰ ਲੈਣਾ ਕਰੋ, ਸ਼ੁੱਧ ਕਰ ਲੈਣਾ ਕਰੋ, ਸੋਧ ਕੇ, ਵਿਚਾਰ ਨਾ ਚੰਗੀ ਤਰ੍ਹਾਂ ਸੁਧਾਰ ਕਰ ਲਓ। ਕੋਈ ਅੱਖਰ ਗਲਤ ਹੋ ਗਿਆ ਹੋਵੇ ਨਾ, ਜੇ ਕਦੇ ਅੱਖਰ ਸੋਧ ਜੇ ਵੀ ਸ਼ੁੱਧ ਸ਼ੁੱਧੀ ਵੀ ਅਸ਼ੁੱਧ ਪਾਠ ਆ ਵੀ ਅਸ਼ੁੱਧ ਪਾਠ ਆ, ਲਿਖਣ ਵਿੱਚ ਗਲਤੀ ਹੋ ਗਈ, ਜਾਂ ਸ਼ੁੱਧ ਵਿਚਾਰ ਆ ਸ਼ੁੱਧ ਵਿਚਾਰੇ ਨਹੀਂ ਬਣਦੀ। ਇਸ ਤਰ੍ਹਾਂ ਅੱਖਰਾਂ ਨੂੰ ਤੁਸੀਂ ਚੰਗੀ ਤਰ੍ਹਾਂ ਸ਼ੁੱਧ ਅਸ਼ੁੱਧ ਦੀ ਵਿਚਾਰ ਕਰਕੇ ਤੇ ਅੱਖਰਾਂ ਨੂੰ ਸੁਧਾਰ ਲਓ, ਸੋਧ ਲਓ। ਆਪ ਉਹਦੇ ਵਿੱਚ ਤੁਸੀਂ ਵੇਖ ਕੇ ਅੱਖਰਾਂ ਨੂੰ ਸੋਧ ਲਓ, ਜਿੱਥੇ ਕਿਤੇ ਮਾਤਰਾ ਗਲਤ ਪੈ ਗਈ ਉੱਥੇ ਆਪ ਸਹੀ ਕਰ ਲਓ, ਤੇ ਮੈਨੂੰ ਮਾਫ ਕਰੋ ਬੱਚਾ ਜਾਣ ਕੇ। ਬੱਚੇ ਗਲਤੀਆਂ ਹੁੰਦੀਆਂ, ਮੇਰੇ ਕੋਲ ਗਲਤੀ ਸਮਝੋ ਮੇਰੀ। ਇਸ ਪ੍ਰਕਾਰ ਜਿਹੜਾ ਵਾ ਆਪਣੇ ਵੱਲੋਂ ਕਹਿ ਰਹੇ ਆ, ਹੁਣ ਆਪਾਂ ਅੱਜ ਇੱਥੇ ਜਿਹੜੀ ਆ ਉਹ ਸਮਾਪਤੀ ਕਰ ਦਈਏ। ਕੱਲ ਜਿਹੜੀ ਇਹਦੀ ਸਮਾਪਤੀ ਸਾਰੀ ਹੋ ਜਾਣੀ। ਹੁਣ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ। ਦੋਹਰਾ क्षमा करो सिस जान कै, हे कब महापर बुद्ध, लेहो सुधार विचार के, अक्कर शुद्ध असुद्ध।
ਜਾਣ ਕੇ ਸਿਸ ਜਾਣ ਕੇ ਜਾਣ ਦੇ ਨੰਨੇ ਨੂੰ ਸਿਹਾਰੀ ਆ ਤੇ ਲੇਹੋ ਸੁਧਾਰ ਵਿਚਾਰ ਕੇ ਸੁਧਾਰ ਦੇ ਰਾਜ ਨੂੰ ਸਿਹਾਰੀ ਆ। ਬਾਕੀ ਸਾਰੇ ਪਾਠ ਠੀਕ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।